पूरे पंजाब च तस्करी कर रहे आ ते अरुणाचल प्रदेश चों हरियाणे चों चंडीगढ़ राजपुरे लिया के सस्ती शराब पंजाब दे मालीए नूं खोरा ला रहे आ ते नाल लोकां नूं जाली जहरीली शराब पिया के लोकां नूं मार रहे आ। ਇਹ मैं इत्थे दसना चाहुंदा आ MLA ਗਿੱਲ ने जितन तो बाद पट्टी दे विच पहला भाषण दिता सी कि जे मेरा कोई आगू जे मेरे हलके दा SHO डिप्टी कोई भी नशा तस्करी दे विच उहदा नां आया ते मैं अफसर नूं सस्पेंड कर दूंगा ते आपदे आगूआं ते पर्चा दर्ज कराऊंगा। ਉਹ 2-3 ਮਹੀਨੇ बड़े सौखे लंघे पट्टी दे विच ते सारे ही तस्कर भज गए। ਉਹਦੇ ਬਾਅਦ MLA ਗਿੱਲ ਨੇ ਪੁਲਿਸ ਅਫਸਰਾਂ ਦੇ ਨਾਲ ਮਹੀਨਾ ਸੈੱਟ ਕਰ ਲਿਆ ਤੇ ਪੁਲਿਸ ਅਫਸਰਾਂ ਨੇ ਤਸਕਰਾਂ ਦੇ ਨਾਲ ਮਹੀਨਾ ਸੈੱਟ ਕਰ ਲਿਆ। ਉਹ ਤਸਕਰੀ ਹੋਣੀ ਸ਼ੁਰੂ ਹੋ ਗਈ, ਸਾਰੇ ਹੀ ਨਸ਼ਿਆਂ ਦੀ ਤਸਕਰੀ ਸ਼ੁਰੂ ਹੋ ਗਈ ਤੇ ਉਹਦੇ ਬਾਅਦ MLA ਗਿੱਲ ਦੇ ਆਪ ਦੇ ਆਗੂ ਵੀ ਜਿਹੜੇ ਕੌਂਸਲਰ ਦੀਆਂ ਚੋਣਾਂ ਲੜੀਆਂ ਉਹਨਾਂ ਨੇ ਵੀ ਨਸ਼ੇ ਵੇਚਣੇ ਸ਼ੁਰੂ ਕਰਤੇ, ਸ਼ਰਾਬ ਵੇਚਣੀ ਸ਼ੁਰੂ ਕਰਤੀ ਤੇ MLA ਗਿੱਲ ਨੂੰ ਇਹ ਫਿਕਰ ਪੈ ਗਿਆ ਕਿ ਮੇਰੀ ਦੁਕਾਨਦਾਰੀ ਜਿਹੜੀ ਆ ਉਹ ਘਾਟੇ 'ਚ ਚਲੀ ਜਾਣੀ ਆ। MLA ਗਿੱਲ ਨੇ ਉਹਨਾਂ ਦੇ ਘਰਾਂ 'ਚ ਆਪਦੇ ਕਾਂਗਰਸੀ ਆਗੂਆਂ ਦੇ ਘਰਾਂ 'ਚ ਰੇਟਾਂ ਮਰਵਾਈਆਂ, ਉਹਨਾਂ ਦੇ ਪਰਚੇ ਦਰਜ ਕਰਾਏ, ਉਹਨਾਂ ਦਾ ਜਲੂਸ ਕੱਢ ਛੱਡਿਆ ਤੇ ਉਹਦੇ ਬਾਅਦ ਜਿੱਥੇ MLA ਗਿੱਲ ਨੇ 2017 'ਚ ਨਹੀਂ ਪਹਿਲਾਂ ਵੀ ਚੋਣ ਦਫ਼ਤਰ ਇੱਥੇ ਹੀ ਪਾਉਂਦਾ ਰਿਹਾ, ਜੋਤੀ ਸੇਖੋਂ ਦੇ ਘਰ ਹਰਮਨ ਸੇਖੋਂ ਦੇ ਘਰ ਦਫ਼ਤਰ ਪਾਉਂਦਾ ਰਿਹਾ, ਜਿੱਥੇ ਉੱਥੇ ਵੱਡੇ ਪੱਧਰ ਤੇ ਸ਼ਰਾਬ ਦੀ ਤਸਕਰੀ ਸ਼ੁਰੂ ਕਰਤੀ। ਜਦੋਂ ਹੀ ਸਰਕਾਰ ਬਣੀ, ਸਰਕਾਰ ਬਣਦਿਆਂ ਜ਼ਿਲ੍ਹੇ ਦੇ ਪੁਲਿਸ ਦੇ ਆਲਾ ਅਧਿਕਾਰੀਆਂ ਦੀਆਂ ਮੀਟਿੰਗਾਂ ਇਸ ਘਰ ਦੇ ਵਿੱਚ ਸੱਦਣੀਆਂ ਸ਼ੁਰੂ ਕਰਤੀਆਂ ਤੇ ਉੱਥੇ ਜ਼ਹਿਰੀਲੀ ਸ਼ਰਾਬ ਜਾਲੀ ਸ਼ਰਾਬ ਦੇ ਨਾਲ ਲੱਦੇ ਟਰੱਕ ਖੜੇ ਹੁੰਦੇ ਸਨ ਤੇ ਪੁਲਿਸ ਅਫਸਰਾਂ ਨੂੰ ਸਿੱਧੀ ਇਹ ਸੇਧ ਦੇਤੀ ਵੀ ਇਹ ਜਿਹੜਾ ਕਾਰੋਬਾਰ ਮੇਰਾ ਚੱਲਣ ਦਿਆ ਤੇ ਇਸ ਘਰ ਵੱਲ ਤੁਸੀਂ ਵੇਖਣਾ ਨਹੀਂਗਾ। ਜੇ ਇੱਥੇ ਇੱਕ ਵੀ ਬੱਚੇ ਨੂੰ ਪੁੱਛ ਲਓ 8 ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਨੂੰ ਪੁੱਛ ਲਓ, ਬੱਚਾ ਤੁਹਾਨੂੰ ਦੱਸ ਦੇਗਾ ਪੱਟੀ ਚੋਂ ਨਕਲੀ ਸ਼ਰਾਬ ਤੇ ਸ਼ਰਾਬ ਦੀ ਤਸਕਰੀ ਕਿਹੜਾ ਘਰ ਕਰਦਾ ਪਿਆ ਤੇ ਕਿੰਨੇ ਸਭ ਤੋਂ ਵੱਡੇ ਪੱਧਰ ਤੇ ਸ਼ਰਾਬ ਵੇਚੀ ਆ। ਉਹ ਨਾਂ ਲੈਣਗੇ ਸੇਖੋਂ ਪਰਿਵਾਰ ਦਾ, ਕਿਉਂਕਿ ਸੇਖੋਂ ਪਰਿਵਾਰ ਨੂੰ ਹਰਮਿੰਦਰ ਸਿੰਘ ਗਿੱਲ ਨੇ ਸ਼ਹਿ ਹੀ ਇੰਨੀ ਕੁ ਦਿੱਤੀ। ਜਦੋਂ ਵੇਖੋ ਜੀ ਜੇ ਹਰਮਿੰਦਰ ਸਿੰਘ ਗਿੱਲ ਚੰਗਾ ਦਾ ਇੱਕ ਤੇ ਮੈਂ ਪਹਿਲਾਂ ਮੈਂ कैप्टन अमरिंदर सिंह मनप्रीत बादल नूं कहना जदों भी ये रौला पाउंदे कह दिंदे पंजाब दा खजाना खाली आ, पंजाब दा खजाना खाली आ, साडे पंजाबियां दा साडे विदेशां विच वसदे पंजाबियां दा सिर झुक जांदा इस गल नाल भी पंजाब सिर सदा ही करजा रहिंदा ते जिहड़ा करजा इन्हां दे आगूआं दा चढ़ाया करजा ਇਹ अरुणाचल प्रदेश चों देसी शराब की बोतल 50-55 रुपए की लिया के 320 रुपए की वेचते आ इत्थे, वो भी जाली शराब ते जाली देसी वो लियाउंदे ते जाली अंग्रेजी शराब जिहड़ी 150 रुपए की बोतल अरुणाचल प्रदेश हरियाणे तो लिया के 700 रुपए की बोतल वेचते आ ते वो सारे दा सारा खोरा किनू लगदा? पंजाब सरकार नू लगदा। पहला ते मैं ये गल कहना ਜਿਹੜੀ ਇਹ ਸ਼ਰਾਬ ਹੈ ਤੇ ਸਿਹਤ ਲਈ ਵੈਸੇ ਹੀ ਹਾਨੀਕਾਰਕ ਆ। ਸ਼ਰਾਬ ਪੀਣ ਨਾਲ ਬੰਦੇ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ। ਸਰਕਾਰ ਨੂੰ ਸ਼ਰਾਬ ਵੈਸੇ ਹੀ ਬੰਦ ਕਰਨੀ ਚਾਹੀਦੀ ਤੇ ਜੇ ਸਰਕਾਰ ਕਹਿੰਦੀ ਆ ਸ਼ਰਾਬ ਤੋਂ ਬਿਨਾਂ ਸਾਡੀ ਸਰਕਾਰ ਹੀ ਨਹੀਂ ਚੱਲਦੀ, ਕੋਈ ਮਾਲੀਆ ਹੀ ਨਹੀਂ ਆਉਂਦਾ ਤੇ ਫਿਰ ਸਰਕਾਰ ਨੂੰ ਆਪਦੇ MLA ਨੂੰ ਰੋਕਣਾ ਚਾਹੀਦਾ। ਇਹ ਪੰਜਾਬ ਸਰਕਾਰ ਦੇ MLA ਤਸਕਰੀ ਕਰਦੇ ਆ। ਜੇ ਸਾਰਿਆਂ ਨੂੰ ਰੋਕਿਆ ਨਸ਼ਾ ਵੇਚਣ ਤੋਂ ਫਿਰ ਹਰਮਨ ਸੇਖੋਂ ਤੇ ਜੋਤੀ ਸੇਖੋਂ ਨੂੰ ਕਿਉਂ ਨਾ ਰੋਕਿਆ? MLA ਗਿੱਲ ਇਹਨਾਂ ਤੋਂ ਹਿੱਸਾ ਪੱਤੀ ਲੈਂਦਾ ਸੀ ਤੇ ਮੈਂ ਇੱਥੇ ਇੱਕ ਇਹ ਗੱਲ ਦੱਸਾਂ ਹਰਮਿੰਦਰ ਸਿੰਘ ਗਿੱਲ ਜੀ, ਤੁਸੀਂ ਸਵਾਲ ਚੁੱਕੇ ਹੀ ਗਿਆਨੀ ਗੁਰਬਚਨ ਸਿੰਘ ਤੇ ਅਕਾਲ ਤਖਤ ਦੇ ਜਹੇਦਾਰ ਤੇ ਉਹਦੇ ਪਰਿਵਾਰ ਤੇ ਬੜੇ ਵੱਡੇ ਸਵਾਲ ਚੁੱਕੇ ਸੀ ਤੁਸੀਂ ਤੇ ਬੜੀ ਉਹ ਤੁਹਾਡੀ ਵੀਡੀਓ ਵਾਇਰਲ ਹੋਈ, ਬੜੇ ਲੋਕਾਂ ਨੇ ਵੇਖੀ ਤੇ ਇੱਥੇ ਮੈਂ ਇਹ ਕਹਿਣਾ ਤੁਸੀਂ ਅਕਾਲ ਤਖਤ ਤੇ ਜਾ ਕੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਹੁੰ ਖਾ ਕੇ ਕਹੋਗੇ ਵੀ ਇਸ ਸ਼ਰਾਬ ਦੇ ਵਿੱਚੋਂ ਮੈਨੂੰ ਹਿੱਸਾ ਪੱਤੀ ਨਹੀਂ ਸੀ ਮਿਲਦੀ ਜਿਹੜੀ ਇਹ ਜਾਲੀ ਸ਼ਰਾਬ ਲਿਆ ਕੇ ਹਰਮਨ ਸੇਖੋਂ ਜੋਤੀ ਸੇਖੋਂ ਵੇਚਦੇ? ਸਪਸ਼ਟੀਕਰਨ ਦਿਓ ਅਕਾਲ ਤਖਤ ਸਾਹਿਬ ਤੇ ਜਾ ਕੇ। ਤੇ ਇੱਕ ਗੱਲ ਹੋਰ, ਜਦੋਂ ਇਸ ਜ਼ਹਿਰੀਲੀ ਸ਼ਰਾਬ ਨਾਲ ਜਦੋਂ ਮਾਝੇ ਦੇ ਵਿੱਚ 3 ਜ਼ਿਲ੍ਹਿਆਂ ਦੇ ਵਿੱਚ 150 ਦੇ ਕਰੀਬ ਮੌਤਾਂ ਹੋਈਆਂ ਤੇ ਸਾਡੇ ਸਤਿਕਾਰਯੋਗ MLA ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦੀ ਅਗਵਾਈ ਦੇ ਵਿੱਚ ਅਸੀਂ SSP ਦਫ਼ਤਰ ਦੇ ਅੱਗੇ ਧਰਨਾ ਲਾਇਆ ਤੇ ਅਸੀਂ ਮੰਗ ਕੀਤੀ ਕਿ ਜਿਹੜੇ ड्रग तस्कर ने शराब के तस्कर ने जहरीली दारू के जिन्हां ने कतल किए आ उन्हां ते परचे दर्ज किए जाण ते उदों
ਉਦੋਂ ਸਾਡੇ 4-5 ਐਮਐਲਏ ਸਾਹਿਬ ਵੀ ਨਾਲ ਬੈਠਦੇ ਰਹੇ, ਅਸੀਂ ਖੁਦ ਨਾਲ ਬੈਠਦੇ ਰਹੇ, ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਬੈਠਦੀ ਰਹੀ। ਅਸੀਂ ਕਈ ਹਫ਼ਤੇ ਉੱਥੇ ਧਰਨਾ ਲਾ ਛੱਡਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੇ ਨਾਲ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਨੇ ਸਾਡਾ ਮਜ਼ਾਕ ਸਮਝ ਛੱਡਿਆ, ਮਜ਼ਾਕ ਉਡਾਉਂਦੇ ਰਹੇ ਤੇ ਉਲਟੇ ਪਰਚੇ ਸਾਡੇ ਤੇ ਦਰਜ ਕੀਤੇ ਗਏ, ਸਾਡੇ ਐਮਐਲਏ ਸਾਹਿਬਾਂ ਤੇ ਪਰਚੇ ਦਰਜ ਕੀਤੇ ਗਏ। ਤੇ ਇਹ ਪਰਚੇ ਉਦੋਂ ਹੀ ਇਹਨਾਂ ਤੇ ਦਰਜ ਕੀਤੇ ਹੁੰਦੇ ਤੇ ਜਿਹੜਾ 150 ਬੰਦਾ ਬਸੂਮ ਚਲ ਗਿਆ ਵਾ ਉਹ ਨਾ ਜਾਂਦਾ ਤੇ ਨਾਲੇ ਇਹਨਾਂ ਨੂੰ ਇੰਨੀ ਸ਼ਹਿ ਨਾ ਮਿਲਦੀ। ਤੇ ਉਹਦੇ ਬਾਅਦ ਮੈਂ ਜਿਹੜੇ ਭੈਣਾ ਭਰਾ ਨੇ, ਮਾਤਾ ਪਿਤਾ ਨੇ, ਉਹਨਾਂ ਨੂੰ ਵੀ ਅਪੀਲ ਕਰਦਾ, ਆਪਣੇ ਬੱਚੇ ਸਿਆਸਤਦਾਨਾਂ ਨਾਲ ਤੁਰਨ ਤੋਂ ਪਹਿਲਾਂ ਉਹਦਾ ਪਿਛੋਕੜ ਵੇਖਿਆ ਕਰੋ ਵੀ ਉਸ ਲੀਡਰ ਦਾ ਪਿਛੋਕੜ ਕੀ ਹੈ। ਦੇਖੋ ਹਰਮਿੰਦਰ ਸਿੰਘ ਗਿੱਲ ਜੀ, ਤੁਸੀਂ ਕਾਲਾ ਦੌਰ ਰਿਹਾ ਪੰਜਾਬ ਦੇ ਵਿੱਚ, ਅੱਤਵਾਦ ਦੇ ਦਿਨਾਂ ਦੇ ਵਿੱਚ ਤੁਸੀਂ ਉਦੋਂ ਵੀ ਨੌਜਵਾਨੀ ਦਾ ਬੜਾ ਘਾਣ ਕੀਤਾ, ਬੜੇ ਮੁੰਡੇ ਮਰਵਾਏ ਤੁਸਾਂ। ਤੁਹਾਡੀ ਪੁਲਿਸ ਨਾਲ ਵੀ ਇੱਕ ਗੱਲ ਸੀ, ਤੁਹਾਡੀ ਉਧਰਲੇ ਬੰਨੇ ਵੀ ਇੱਕ ਗੱਲ ਸੀ ਤੇ ਤੁਸੀਂ ਟੌਟੀ ਕਰ ਕਰਕੇ ਮੁੰਡੇ ਮਰਵਾਉਂਦੇ ਰਹੇ। ਤੇ ਉਹਦੇ ਬਾਅਦ ਹੁਣ ਤੁਸੀਂ ਜੇ ਐਮਐਲਏ ਬਣੇ ਜੇ ਹਰਮਨ ਸੇਖੋਂ, ਜੋਤੀ ਸੇਖੋਂ ਗਲਤ ਕੰਮ ਕਰਦੇ ਸੀ, ਤੁਹਾਡੇ ਨਾਲੋਂ ਵੱਧ ਉਹਨਾਂ ਨੂੰ ਕੌਣ ਜਾਣਦਾ। ਵੇਖੋ ਜੀ, ਪਹਿਲਾਂ ਮੈਂ ਇਹ ਦੱਸਦਾ ਵੀ ਉਹਨਾਂ ਕੋਲ ਤੇ ਕਿਹੜੇ ਰਹੇ ਆ। ਹਰਮਨ ਸੇਖੋਂ ਜਿਹੜਾ ਆ ਵੇਖੋ, ਇਹਦੇ ਨਾਲ ਹਰ ਟਾਈਮ ਹਰਮਿੰਦਰ ਗਿੱਲ ਦੇ ਨਾਲ ਰਹਿੰਦਾ, ਜੋਤੀ ਸੇਖੋਂ, ਹਰਮਨ ਸੇਖੋਂ, ਕੈਪਟਨ ਅਮਰਿੰਦਰ ਸਿੰਘ ਨਾਲ ਫੋਟੋਆਂ ਨੇ, ਕੈਪਟਨ ਅਮਰਿੰਦਰ ਸਿੰਘ ਨਾਲ ਫੋਟੋਆਂ ਨੇ, ਹਰਮਨ ਸੇਖੋਂ, ਜੋਤੀ ਸੇਖੋਂ ਨਾਲ ਰਹਿੰਦੇ ਰਿਹਾ। ਤੇ ਹਰਮਨ ਸੇਖੋਂ, ਜੋਤੀ ਸੇਖੋਂ ਜਿਹੜੇ ਹਰਮਨ ਸੇਖੋਂ ਆ ਯੂਥ ਦਾ ਜ਼ਿਲ੍ਹਾ ਪ੍ਰਧਾਨ, ਉਹਦੇ ਬਾਅਦ ਇਹਨੂੰ ਬਣਾਇਆ ਕਾਂਗਰਸ ਨੇ, ਯੂਥ ਕਾਂਗਰਸ ਦਾ ਬੁਲਾਰਾ ਬਣਾਇਆ, ਯੂਥ ਕਾਂਗਰਸ ਦਾ ਬੁਲਾਰਾ ਬਣਾਇਆ। ਇਹਦੀ ਘਰ ਵਾਲੀ ਹਰਮਨ ਸੇਖੋਂ ਦੀ, ਉਹਨੂੰ ਹਲਕੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਬਣਾਇਆ, ਮਹਿਲਾ ਵਿੰਗ ਦੀ ਪ੍ਰਧਾਨ ਬਣਾਇਆ। ਤੇ ਉਹਦੇ ਬਾਅਦ ਜਿਹੜਾ ਹਰਮਿੰਦਰ ਸਿੰਘ ਗਿੱਲ ਨੇ ਨਾਮਜ਼ਦਗੀ ਭਰੀ 2017 ਦੇ ਵਿੱਚ, ਤੇ ਉਹਦੇ ਬਾਅਦ ਕਵਰਿੰਗ ਉਮੀਦਵਾਰ ਵਜੋਂ ਜਿਹੜੇ ਪੇਪਰ ਭਰੇ ਆ ਉਹ ਜੋਤੀ ਸੇਖੋਂ ਦੇ, ਸਰਪ੍ਰੀਤ ਸਿੰਘ ਜੋਤੀ ਸੇਖੋਂ ਦੇ ਭਰੇ ਹਰਮਿੰਦਰ ਗਿੱਲ ਨੇ। ਤੇ ਜੇ ਇਹਨੂੰ ਸ਼ਰਾਬ ਵੇਚਣ ਦਾ ਨਹੀਂ ਪਤਾ ਦੂਜਿਆਂ ਤੇ ਕਿਵੇਂ ਪਰਚੇ ਦਰਜ ਕਰਾਤੇ। ਤੇ ਇੱਕ ਗੱਲ ਮੈਂ ਹੋਰ ਦੱਸਾਂ, ਇਹ ਜੇ ਇੰਨੇ ਵੱਡੇ ਪੱਧਰ ਤੇ ਸ਼ਰਾਬ ਦਾ ਵੱਡਾ ਕਾਰੋਬਾਰ ਹੁੰਦਾ ਰਿਹਾ ਇਸ ਘਰ ਤੇ, ਸਰਹਾਲੀ ਰੋਡ ਦੇ ਉੱਤੇ ਸੇਖੋਂ ਪਰਿਵਾਰ ਦੇ ਘਰ ਦੇ ਵਿੱਚ ਡਰੱਗ ਸਮਗਲਿੰਗ ਦਾ ਏਡਾ ਵੱਡਾ ਕਾਰੋਬਾਰ ਹੋਇਆ। ਇਹਨਾਂ ਨੇ ਗੈਂਗਸਟਰ ਪੈਦਾ ਕੀਤੇ ਤੇ ਉਦੋਂ ਖੁਫੀਆ ਵਿਭਾਗ ਕਿੱਥੇ ਸੁੱਤਾ ਸੀ, ਪੰਜਾਬ ਪੁਲਿਸ ਦਾ ਖੁਫੀਆ ਵਿਭਾਗ, ਜਿਹਨੂੰ ਇੱਕ ਇੱਕ ਗੱਲ ਬਾਰੇ ਪਤਾ ਵੀ ਇੱਥੇ ਕਿੰਨੇ ਟਰੱਕ ਆਉਂਦੇ ਰਹੇ, ਕਿੰਨੀ ਤਸਕਰੀ ਹੁੰਦੀ ਰਹੀ। ਤੇ ਸਾਡੇ ਮਾਲੀਏ ਨੂੰ, ਪੰਜਾਬ ਦੇ ਮਾਲੀਏ ਨੂੰ, ਗਿੱਲ ਸਾਹਿਬ ਤੁਸੀਂ ਜਿਹੜਾ ਚੂਨਾ ਲਾਇਆ ਨਾ ਪਿਛਲੇ 4 ਸਾਲਾਂ 'ਚ ਹਜ਼ਾਰਾਂ ਟਰੱਕ ਸ਼ਰਾਬ ਦਾ ਇੱਥੋਂ ਵਿਕਿਆ। ਨਕਲੀ ਸ਼ਰਾਬ ਦਾ ਜਿਹੜਾ ਹਰਿਆਣੇ ਤੋਂ, ਰਾਜਪੁਰੇ ਤੋਂ, ਅਰੁਣਾਚਲ ਪ੍ਰਦੇਸ਼ ਤੋਂ ਆ ਕੇ ਵਿਕਿਆ, ਹਜ਼ਾਰਾਂ ਟਰੱਕ ਵਿਕਿਆ। ਉਹ ਹਜ਼ਾਰਾਂ ਕਰੋੜ ਰੁਪਈਆ ਕੱਲੇ ਇੱਕ ਐਮਐਲਏ ਨੇ ਲਾਤਾ। ਤੇ ਪੰਜਾਬ 'ਚ ਕਿੰਨੇ ਕਾਂਗਰਸ ਦੇ ਐਮਐਲਏ ਆ ਜਿਨ੍ਹਾਂ ਖੋਰਾ ਲਾਇਆ ਹੋਊਗਾ। ਤੇ ਇੱਕ ਗੱਲ ਹੋਰ ਮੈਂ ਨੌਜਵਾਨਾਂ ਨੂੰ ਦੱਸਣੀ ਚਾਹੁੰਦਾ, ਜਿਹੜੇ ਨੌਜਵਾਨ ਇਹਨਾਂ ਲੀਡਰਾਂ ਦੇ ਪਿੱਛੇ ਲੱਗਦੇ ਆ, ਮੈਂ ਕਹਿੰਦਾ ਇਹਨਾਂ ਦਾ ਪਿਛੋਕੜ ਦਾ ਪਤਾ ਹੋਣਾ ਚਾਹੀਦਾ। ਇਹਨਾਂ ਦੇ ਪਿਛੋਕੜ ਦਾ ਪਤਾ ਹੋਵੇ ਤਾਂ ਫੇਰ ਇਹਨਾਂ ਨਾਲ ਤੁਰੋ। ਹਰਮਿੰਦਰ ਗਿੱਲ ਨੇ ਨੌਜਵਾਨੀ ਦਾ ਪਹਿਲਾਂ ਵੀ ਘਾਣ ਬੜਾ ਕੀਤਾ ਤੇ ਹੁਣ ਜੇ ਹਰਮਨ ਸੇਖੋਂ, ਜੋਤੀ ਸੇਖੋਂ ਜੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਤੇ ਹਰਮਿੰਦਰ ਗਿੱਲ ਨੂੰ ਇਹਨਾਂ ਨੂੰ ਰੋਕਣਾ ਚਾਹੀਦਾ ਸੀ। ਚੰਗੇ ਪਰਿਵਾਰ ਚੋਂ ਨੇ, ਪਿਤਾ ਅਧਿਆਪਕ ਦੇ ਪੇਸ਼ੇ ਵਜੋਂ ਲੋਕਾਂ ਨੂੰ ਸਿੱਖਿਆ ਦਿੰਦੇ ਰਹੇ, ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਰਹੇ ਆ। ਤੇ ਹਰਮਿੰਦਰ ਗਿੱਲ ਨੇ ਉਹਨਾਂ ਨੂੰ ਸ਼ਰਾਬ ਦੀ ਤਸਕਰੀ 'ਚ ਪਾਤਾ। ਕਿੱਡਾ ਕੀ ਇੱਜ਼ਤ ਵਾਲਾ ਕੰਮ ਤੂੰ ਉਹਨਾਂ ਨੂੰ ਦੇਣ ਦਿਆ, ਕੋਈ ਟੈਂਡਰ ਦੇਣੋਂ ਸੜਕਾਂ ਦੇ, ਕੋਈ ਠੇਕੇ ਦੇਣੋਂ ਤੂੰ ਸ਼ਰਾਬ ਤਸਕਰੀ ਦਾ ਕੰਮ ਉਹਨਾਂ ਨੂੰ, ਤੈਨੂੰ ਹਿੱਸਾ ਪੱਤੀ ਨਹੀਂ ਸੀ ਜਾਂਦਾ ਤੇ ਤੂੰ ਅਕਾਲ ਤਖਤ ਸਾਹਿਬ ਤੇ ਸਹੁੰ ਖਾ ਕੇ ਕਹਿ ਵੀ ਮੈਂ ਉਸ ਸ਼ਰਾਬ 'ਚੋਂ ਕੋਈ ਹਿੱਸਾ ਨਹੀਂ ਲਿਆ। ਸਪਸ਼ਟੀਕਰਨ ਦੇ ਹਰਮਿੰਦਰ ਗਿੱਲ ਇਸ ਗੱਲ ਦਾ। ਤੇ ਜਿਹੜਾ ਤੈਨੂੰ ਹਿੱਸਾ ਪੱਤੀ ਜਾਂਦਾ ਆ ਉਹਦਾ ਤੂੰ ਸਪਸ਼ਟੀਕਰਨ ਦੇਤਾ ਪੋਸਟ ਪਾ ਕੇ ਫੇਸਬੁੱਕ ਤੋਂ। ਇਹ ਹਰਮਿੰਦਰ ਗਿੱਲ ਨੇ ਫੇਸਬੁੱਕ ਤੋਂ ਆ ਪੋਸਟ ਪਾਈ ਵੀ ਜਿਹੜੇ ਹਰਮਨ ਸੇਖੋਂ, ਜੋਤੀ ਸੇਖੋਂ ਮੇਰੇ ਬੰਦੇ ਆ ਤੇ ਦੋਵੇਂ ਦੁੱਧ ਦੇ ਧੋਤੇ ਆ, ਇਹਨਾਂ ਦਾ ਕੋਈ ਕਸੂਰ ਨਹੀਂਗਾ। ਤੇ ਇਹਨਾਂ ਦੇ ਮੈਂ ਪਿੱਛੇ ਖੜਾ। ਇਹ ਪੋਸਟ ਪਾਉਣ ਦਾ ਮਤਲਬ ਸਮਝਦੇ ਤੁਸੀਂ? ਇਹ ਪੋਸਟ ਪਾਉਣ ਦਾ ਮਤਲਬ ਆ
ਵੀ ਜਿਹੜੇ ਸਰਕਾਰੀ ਅਧਿਕਾਰੀ ਆ, ਪੁਲਿਸ ਅਧਿਕਾਰੀ ਆ, ਇਹ ਜਿਹੜੀ ਉੱਚ ਪੱਧਰੀ ਜਾਂਚ ਹੁੰਦੀ ਆ ਉਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਹਰਮਿੰਦਰ ਗਿੱਲ ਦੱਸਣ ਦਿਆ ਮੈਂ ਸਰਕਾਰ ਦੇ ਵਿੱਚ MLA ਆ ਤੇ ਦੋਵੇਂ ਬੰਦੇ ਮੇਰੇ ਆ, ਤੇ ਜੇ ਕਿਸੇ ਅਫਸਰ ਨੇ ਨਾਲ ਵੇਖਿਆ ਤੇ ਮੈਂ ਉਹਨੂੰ ਵੇਖੂੰਗਾ ਜਿਵੇਂ ਪਿਛਲੇ ਸਮੇਂ 'ਚ ਇਹਨੇ ਸਾਰੇ ਪੁਲਿਸ ਅਫਸਰਾਂ ਨੂੰ ਦਬਕੇ ਮਾਰਦਾ ਰਿਹਾ। ਹਲਕੇ ਵਾਲੇ SHO ਦੀ ਆਡੀਓ ਵਾਇਰਲ ਹੋਈ, ਉਹਦੇ ਬਾਅਦ ਸਾਡੇ ਪੱਟੀ ਥਾਣੇ ਦੇ ਵਿੱਚ ਮੈਨੂੰ ਮੇਰੇ ਆ ਪਿਛਲੇ 4 ਸਾਲਾਂ 'ਚ 20-22 SHO ਇਹਨੇ ਬਦਲਤੇ। ਕਿਸੇ ਨੂੰ 1 ਮਹੀਨਾ ਰਹਿਣ ਦਿੰਦਾ ਸੀ, ਕਿਸੇ ਨੂੰ 20 ਦਿਨ ਰਹਿਣ ਦਿੰਦਾ ਸੀ, ਕਿਉਂਕਿ ਇਹਦਾ ਮਹੀਨਾ ਪੱਤੀ ਸੈੱਟ ਨਹੀਂ ਸੀ ਹੁੰਦੀ। ਤੇ ਇਸ MLA ਨੇ ਲੋਕਾਂ ਦੇ ਪੁੱਤਾਂ ਧੀਆਂ ਨੂੰ ਸੇਧ ਕੀ ਦੇਣੀ, ਜਿਹੜਾ ਖੁਦ ਤਸਕਰੀ ਕਰਦਾ ਤੇ ਜਿਹੜੇ ਅਫਸਰ ਇੱਥੇ ਆਉਂਦੇ ਰਹੇ, ਸੇਖੋਂ ਦੇ ਘਰ ਵਿੱਚ ਰੋਟੀ ਖਾਂਦੇ ਰਹੇ, ਉਹਨਾਂ ਦੇ ਸਾਹਮਣੇ ਸ਼ਰੇਆਮ। ਤੇ ਇੱਕ ਹੋਰ ਗੱਲ ਦੱਸੀਏ, ਇਹ ਜਿਹੜੀ ਰੇਟ ਹੋਈ ਅੰਮ੍ਰਿਤਸਰ ਦਿਹਾਤੀ ਦੇ SSP ਧਰੋਹ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਈ। ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਕਿਉਂ ਨਾ ਇਹ ਕੀਤੀ ਰੇਟ, ਕਿਉਂਕਿ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੂੰ ਹਰਮਿੰਦਰ ਗਿੱਲ ਨੇ ਦਬਕਾਇਆ ਹੀ ਇੰਨਾ ਸੀ ਕਿ ਉਹ ਡਰਦੀ ਇਹਦੇ ਬੰਦਿਆਂ ਦੇ ਉੱਤੇ ਕੋਈ ਨਾ ਕਾਰਵਾਈ ਕਰਦੀ ਸੀ ਤੇ ਨਾ ਕੋਈ ਰੇਡ ਕਰਦੀ ਸੀ। ਤੇ ਮੈਂ ਇੱਥੇ ਦੱਸ ਦਿਆਂ, ਖੁਫੀਆ ਵਿਭਾਗ ਨੂੰ ਵੀ ਪਤਾ, ਪੱਟੀ ਦੀ ਪੁਲਿਸ ਨੂੰ ਪਤਾ, ਤਰਨਤਾਰਨ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਪਤਾ ਸੀ ਕਿ ਇੱਥੇ ਸੇਖੋਂ ਨਿਵਾਸ ਤੇ ਇਹ ਜਿਹੜੀ ਸ਼ਰਾਬ ਦੀ ਤਸਕਰੀ ਆ ਵੱਡੇ ਪੱਧਰ ਤੇ ਪੂਰੇ ਪੰਜਾਬ 'ਚ ਜਾਂਦੀ ਆ। ਤੇ ਇੱਥੇ ਗੱਲ ਕਹੀਏ ਹਰਮਿੰਦਰ ਸਿੰਘ ਗਿੱਲ ਜੀ, ਇਹ ਮੈਂ ਨਹੀਂ ਕਹਿੰਦਾ, ਇਹ ਪੱਟੀ ਹਲਕੇ ਦਾ ਹਰ ਬਸ਼ਿੰਦਾ ਕਹਿੰਦਾ ਏ ਕਿ ਹਰਮਿੰਦਰ ਗਿੱਲ ਨੂੰ ਨੈਤਿਕਤਾ ਦੇ ਆਧਾਰ ਤੇ ਜਿਹੜੇ ਉਹ 150 ਬੰਦੇ ਮਰੇ ਆ, ਉਹਦੇ ਕਤਲਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਉਹਨਾਂ ਕਤਲਾਂ ਦੀ ਜ਼ਿੰਮੇਵਾਰੀ ਲੈ ਕੇ ਆਪਦੀ ਵਿਧਾਇਕੀ ਤੋਂ ਅਸਤੀਫਾ ਦੇਣਾ ਚਾਹੀਦਾ, ਤਾਂ ਜੋ ਜਿਹੜੀ ਇਹ ਜਾਂਚ ਆ ਉਹਦੇ ਵਿੱਚ ਹਰਮਿੰਦਰ ਸਿੰਘ ਰੋੜਾ ਨਾ ਬਣ ਸਕੇ ਹਰਮਿੰਦਰ ਸਿੰਘ ਗਿੱਲ। ਤੇ ਉਹਦੇ ਬਾਅਦ ਗਿੱਲ ਸਾਹਿਬ ਇਹ ਦੱਸੀਏ, ਤੁਸੀਂ ਤਾਂ ਹੀ ਇੰਨੇ ਬਖਲਾ ਗਏ ਜੇ ਤੁਹਾਨੂੰ ਪਤਾ ਜੇ ਕੋਈ ਇਨਕੁਆਰੀ ਹੋ ਗਈ ਤੇ ਉਸ ਅੱਗ ਦਾ ਸੇਕ ਤੁਹਾਡੇ ਤੱਕ ਵੀ ਪਹੁੰਚਣਾ, ਕਿਉਂਕਿ ਇਹ ਜਿਹੜੀ ਸਮਗਲਿੰਗ ਆ ਇਹ ਤੁਹਾਡੇ ਨੱਕ ਹੇਠ ਹੋਈ ਆ, ਇਹ ਤੁਸੀਂ ਕਰਵਾਈ ਆ। ਤੇ ਤੁਸੀਂ ਅਜੇ ਤੇ ਤੁਹਾਡਾ ਇੱਕ ਜਿਹੜਾ ਸਕੈਂਡਲ ਇਹਦਾ ਪਰਦਾਫਾਸ਼ ਹੋਇਆ, ਅਜੇ ਤੇ ਕਈ ਹੋਰ ਪਰਦੇਫਾਸ਼ ਹੋਣੇ ਆ। ਕੁਝ ਸਰਪੰਚ ਜਿਹੜੇ ਤੁਸੀਂ ਸਰੋਪਿਆਂ ਨਾਲ ਬਣਾਏ, ਕੁਝ ਸਰਪੰਚ ਉਹ ਵੀ ਵੱਡੇ ਸਕੈਂਡਲ ਕਰਦੇ ਪੰਚਾਇਤ ਸੈਕਟਰੀਆਂ ਨਾਲ ਰਲ ਕੇ। ਤੇ ਪੰਚਾਇਤ ਸੈਕਟਰੀਆਂ ਨਾਲ ਰਲ ਕੇ ਵੇਖੋ, ਸਾਡੇ ਜ਼ਮੀਨ ਦਾ ਠੇਕਾ ਆ, ਜਿਹੜੀ ਕਿਸਾਨ ਜ਼ਮੀਨ ਠੇਕੇ ਤੇ ਦਿੰਦੇ ਆ, 45 ਤੋਂ ਲੈ ਕੇ 55,000 ਇੱਕ ਕਿੱਲੇ ਦਾ ਠੇਕਾ 1 ਸਾਲ ਦਾ। ਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਰਪੰਚ ਤੇ ਪੰਚਾਇਤ ਸੈਕਟਰੀ ਤੇ MLA ਰਲ ਕੇ, ਉਹਨਾਂ ਦਾ ਠੇਕਾ ਕਿਉਂ ਘਟਿਆ, ਕਿਉਂ 10-12 ਹਜ਼ਾਰ ਆ, ਉਹਦਾ ਠੇਕਾ ਵੀ 45 ਤੋਂ 55,000 ਹੋਣਾ ਚਾਹੀਦਾ। ਤੇ ਕਿੱਡਾ ਵੱਡਾ ਗਬਨ ਕਰ ਰਿਹਾ ਹੈ ਹਰਮਿੰਦਰ ਸਿੰਘ ਗਿੱਲ ਉਹ ਪੰਚਾਇਤੀ ਪੈਲੀਆਂ ਦੇ ਵਿੱਚੋਂ ਵੀ, ਤੇ ਲੋਕਾਂ ਨੂੰ ਸਪੀਚਾਂ ਦੇ ਕੇ ਸੱਚਾ ਸੁੱਚਾ ਪਾਉਂਦਾ। ਜੇ ਸੱਚਾ ਤੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੀ ਕਚਹਿਰੀ 'ਚ ਜਿਵੇਂ ਵੋਟਾਂ ਮੰਗਦਾ ਰਿਹਾ, ਉਹਨਾਂ ਦੇ ਘਰ ਜਾ ਕੇ ਦੱਸੇ ਵੀ ਮੈਂ ਨਹੀਂ ਇਹ ਕੋਈ ਵੀ ਗਲਤ ਕੰਮ ਕਰਦਾ, ਇਸ ਪਿੰਡ ਦੀ ਜ਼ਮੀਨ 55,000 ਨੂੰ ਆ ਚੜੀ ਆ, ਇਸ ਪਿੰਡ ਦੀ 45,000 ਨੂੰ ਚੜੀ ਆ, ਕਿਉਂਕਿ ਚੜਾਈ 10 ਤੋਂ 12-15,000 ਦੇ ਵਿੱਚ, ਬਾਕੀ ਪੈਸੇ MLA ਦੀ ਜੇਬ 'ਚ ਜਾਂਦੇ ਆ। ਤੇ ਉਹਦੇ ਬਾਅਦ ਅਕਾਲੀ ਦਲ ਕਿਉਂ ਨਹੀਂ ਬੋਲਦਾ? ਅਕਾਲੀ ਦਲ ਦਾ ਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹਨੇ ਲੰਮਾ ਸਮਾਂ ਰਾਜ ਕੀਤਾ, ਉਹ ਆਪਣੀਆਂ ਚੰਡੀਗੜ੍ਹ ਸਥਿਤ ਕੋਠੀਆਂ ਤੇ ਬੈਠਾ ਨਜ਼ਾਰੇ ਲੈਣ ਦਿਆ, ਕਿਉਂਕਿ ਉਹਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਮੈਂ ਖੁਦ ਪੰਚਾਇਤੀ ਪੈਲੀਆਂ ਦੇ ਪੈਸੇ ਖਾਂਦਾ ਰਿਹਾ, ਉਹ ਮੈਨੂੰ ਮੱਥਾ ਟੇਕਦਾ ਰਿਹਾ। ਤੇ ਸ਼ਰਾਬ ਦੇ ਠੇਕੇ ਇਸੇ ਤਰ੍ਹਾਂ ਜਿਵੇਂ ਗਿੱਲ ਦੇ ਚੱਲਣ ਦੇ ਆ, ਉਸੇ ਤਰ੍ਹਾਂ ਕੈਰੋਂ ਦੇ ਚੱਲਦੇ ਰਹੇ। ਪੂਰਾ ਤਰਨਤਾਰਨ ਜ਼ਿਲ੍ਹਾ ਕੈਰੋਂ ਦੇ ਫੀਲੇ ਗੁਰਮੁਖ ਸਿੰਘ ਭੁੱਲੇ ਬਲੇਰ ਦੇ ਨਾਂ, ਪੂਰੇ ਤਰਨਤਾਰਨ ਜ਼ਿਲ੍ਹੇ ਦੇ ਠੇਕੇ ਗੁਰਮੁਖ ਸਿੰਘ ਬਲੇਰ ਦੇ ਨਾਂ ਰਹੇ। ਤੇ ਉਹ ਤੇ ਸਿਰਫ ਫੀਲੇ ਨੇ, ਜਿਵੇਂ ਇਹ ਕਰਿੰਦੇ ਨੇ ਗਿੱਲ ਦੇ, ਉਵੇਂ ਹੀ ਗੁਰਮੁਖ ਬਲੇਰ ਕਰਿੰਦਾ ਸੀ। ਦੇਸ਼ ਪ੍ਰਤਾਪ ਕੈਰੋਂ ਦਾ ਪੈਸਾ ਸਾਰਾ ਕੈਰੋਂ ਪਰਿਵਾਰ ਕੋਲ ਹੀ ਜਾਂਦਾ ਸੀ। ਤੇ ਪਿਛਲਾ ਰਿਕਾਰਡ ਕਢਾ ਕੇ ਵੇਖ ਲਿਆ ਜਾਵੇ ਵੀ ਤਰਨਤਾਰਨ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ਵਾਕਈ ਗੁਰਮੁਖ ਸਿੰਘ ਬਲੇਰ ਦੇ ਨਾਂ ਰਹੇ ਆ। ਤੇ ਹੁਣ ਜਦੋਂ ਸਰਕਾਰ ਬਣੀ 2017 ਦੇ ਵਿੱਚ, ਸਰਕਾਰ ਬਣਦਿਆਂ ਹੀ ਇੱਥੇ ਗੁਰਜਿੰਦਰ ਸਿੰਘ ਬਿੱਟੂ ਗਿੱਲ ਦਾ ਸਾਲਾ, ਉਹਦੇ ਨਾਂ ਦੇ ਪਹਿਲੇ ਸਾਲ ਹੀ ਠੇਕਿਆਂ ਦੀ ਅਲਾਟਮੈਂਟ ਹੋਈ। ਉਦੋਂ ਹੀ ਇਹਨਾਂ ਨੇ ਕਬਜ਼ਾ ਕਰ ਲਿਆ ਇਸ ਕਾਰੋਬਾਰ ਤੇ, ਕਿਉਂਕਿ ਲੋਕਾਂ ਨੂੰ ਡਰਾਇਆ ਗਿਆ ਗਿੱਲ ਦਾ ਸਾਲਾ, ਤੇ ਸਾਰਿਆਂ ਦਾ 2 ਨੰਬਰ ਦਾ ਕੰਮ ਬੰਦ ਕਰਾ ਕੇ ਕੱਲੇ ਗਿੱਲ ਦੀ ਦੁਕਾਨ ਚੱਲਦੀ ਰਹੀ ਤੇ ਵੱਡੇ ਪੱਧਰ ਤੇ ਤਸਕਰੀ ਕੀਤੀ ਆ। ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿੰਦੇ ਆ, ਇਸ
ਇਸ ਤਸਕਰੀ ਦੀ ਪੱਟੀ ਕਾਂਡ ਦੀ ਇਹਦੀ ਕਿਸੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਾਈ ਜਾਵੇ। ਜੇ ਜਾਂਚ ਨਾ ਕਰਾਈ, ਤਸਕਰਾਂ ਨੂੰ ਨਾ ਫੜਿਆ ਗਿਆ, ਨਾ ਹਰਮਿੰਦਰ ਸਿੰਘ ਗਿੱਲ ਨੂੰ ਫੜਿਆ ਗਿਆ, ਤੇ ਅਸੀਂ ਸਾਡੀ ਸਰਕਾਰ 2022 ਚ ਬੰਦ ਤੇ ਅਸੀਂ ਇਹਨਾਂ ਅਕਾਲੀ ਦਲ ਦੇ, ਕਾਂਗਰਸ ਦੇ ਸਾਰੇ ਹੀ ਤਸਕਰਾਂ ਨੂੰ ਅਸੀਂ ਇਹਨਾਂ ਨੂੰ ਕਾਬੂ ਕਰਾਂਗੇ। ਇਹਨਾਂ ਦੀ ਇਨਕੁਆਇਰੀ ਕਰਾ ਕੇ ਇਹਨਾਂ ਦੀ ਜਾਇਦਾਦ ਬਾਰੇ ਪੁੱਛਿਆ ਜਾਊ ਵੀ ਸਰਕਾਰ ਤੋਂ ਪਹਿਲਾਂ ਕਿੰਨੀ ਜਾਇਦਾਦ ਸੀ, ਸਰਕਾਰ ਬੰਦ ਤੋਂ ਬਾਅਦ ਕਿਹੜੀ ਜਾਇਦਾਦ ਇਹਨਾਂ ਖਰੀਦੀ ਆ। ਇਹ ਜਿਹੜੀ ਇਹਨਾਂ ਨੇ ਪੰਜਾਬ ਦੇ ਮਾਲੀਏ ਦੀ ਲੁੱਟ ਕੀਤੀ ਆ, ਉਸ ਮਾਲੀਏ ਦੀ ਭਰਪਾਈ ਕਰਨ ਲਈ ਇਹਨਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਤੇ ਉਹ ਮਾਲੀਏ ਦੀ ਭਰਪਾਈ ਕੀਤੀ ਜਾਊਗੀ। ਇੱਥੇ ਇਹ ਦੱਸੀਏ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆ, ਉਹ ਅੱਜ ਚੰਡੀਗੜ੍ਹ ਬੈਠਾ ਤੇ ਪਹਿਲਾਂ ਲੰਮਾ ਸਮਾਂ ਲੋਕਾਂ ਦਾ ਸ਼ੋਸ਼ਣ ਕੈਰੋਂ ਨੇ ਵੀ ਕਰਾਇਆ ਤੇ ਲੋਕਾਂ ਨੇ ਹਰਮਿੰਦਰ ਸਿੰਘ ਗਿੱਲ ਨੂੰ ਮਸੀਹਾ ਸਮਝਿਆ, ਕਿਉਂਕਿ ਸਪੀਚਾਂ ਬੜੀਆਂ ਤਗੜੀਆਂ ਦਿੱਤੀਆਂ ਸਨ। ਲੋਕਾਂ ਮਸੀਹਾ ਸਮਝ ਕੇ ਇਹਨੂੰ ਵੋਟਾਂ ਪਾਤੀਆਂ ਤੇ ਗਿੱਲ ਸਾਹਿਬ ਤੁਹਾਡੇ ਦੋਹਰੇ ਕਿਰਦਾਰ ਤੋਂ ਪੱਟੀ ਹਲਕੇ ਦੇ ਲੋਕ ਵਾਕਫ ਹੋ ਚੁੱਕੇ ਨੇ। ਤੁਸੀਂ ਜਿਹੜੀਆਂ ਗੱਲਾਂ ਕਰਦੇ ਜੇ ਉਹ ਕਰਦੇ ਜੇ ਤੁਸੀਂ ਸਾਬਤ ਸੂਰਤ ਦੇ ਚੰਗੀਆਂ ਤੇ, ਪਰ ਜਿਹੜਾ ਕਾਰੋਬਾਰ ਕਰ ਰਹੇ ਜੇ ਪੱਟੀ ਹਲਕੇ ਦੇ ਲੋਕ ਵਾਕਫ ਹੋ ਚੁੱਕੇ ਆ। ਤੇ ਪੱਟੀ ਹਲਕੇ ਦੇ 8 ਤੋਂ 10 ਸਾਲ ਦੇ ਭਾਵੇਂ ਬੱਚੇ ਨੂੰ ਪੁੱਛ ਲਓ ਕਿ ਜਾਲੀ ਸ਼ਰਾਬ ਦੀ ਤਸਕਰੀ ਕਿੱਥੇ ਹੋ ਰਹੀ ਆ। ਜਾਲੀ ਸ਼ਰਾਬ ਦੀ ਤਸਕਰੀ ਸੇਖੋਂ ਪਰਿਵਾਰ, ਜਿੱਥੇ ਤੁਹਾਡਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਲੈਕਸ਼ਨ 'ਚ ਦਫ਼ਤਰ ਬਣਿਆ ਰਿਹਾ ਵਾ, ਉੱਥੋਂ ਤਸਕਰੀ ਹੁੰਦੀ ਰਹੀ ਆ। ਭੁੱਲਰ ਸਾਹਿਬ ਲੱਗਦਾ ਇਨਸਾਫ ਮਿਲੂਗਾ, ਕਿਉਂਕਿ ਜਿਹੜੇ ਬੰਦੇ ਦਾ ਨਾਮ ਆਇਆ, ਦੋ ਬੰਦਿਆਂ ਦਾ, ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ, ਉਹ ਸੀਐਮ ਤੱਕ ਅਪਰੋਚ ਹੈਗੀ ਆ ਤੇ ਪੁਲਿਸ ਦੇ ਉੱਤੇ ਪ੍ਰੈਸ਼ਰ ਪਿਆ। ਸੀਐਮ ਦਫ਼ਤਰੋਂ ਫੋਨ ਆਇਆ ਤੇ ਜਾ ਕੇ ਰੁਕਿਆ ਕੰਮ, ਇਹਦੇ ਐਕਸੈਸ ਵੀ ਧੁੱਪਦਾ ਹੀ ਆ, ਉਹ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ। ਕਿ ਇਨਸਾਫ ਮਿਲ ਪਾਏਗਾ ਲੋਕਾਂ ਨੂੰ? ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਇਨਸਾਫ ਮਿਲਣਾ ਚਾਹੀਦਾ, ਪਰ ਜੇ ਐਮਐਲਏ ਇਸ ਤਰ੍ਹਾਂ ਪਾਉਣਗੇ ਵੀ ਇਹ ਬੰਦੇ ਦੁੱਧ ਧੋਤੇ ਆ ਤੇ ਇੱਥੋਂ ਦੇ ਸਿੱਧਾ ਪਤਾ ਲੱਗਦਾ ਵੀ ਇਹਦੇ ਚ ਐਮਐਲਏ ਦੀ ਸ਼ਮੂਲੀਅਤ ਹੈ ਤੇ ਕਾਰਵਾਈ ਐਮਐਲਏ ਤੇ ਹੋਣੀ ਚਾਹੀਦੀ ਆ। ਉਹ ਤੇ ਮੋਢੇ ਤੇ ਰੱਖ ਕੇ ਫੈਰ ਕੀਤਾ, ਇਹ ਜਿਹੜੀ ਸਾਰੀ ਕਾਰਵਾਈ ਹਰਮਿੰਦਰ ਗਿੱਲ ਤੇ ਹੋਣੀ ਚਾਹੀਦੀ। ਉਹ ਤੇ ਆਪ ਇਕਬਾਲ ਕਰਨ ਦਿਆ ਵੀ ਇਹ ਸ਼ਰਾਬ ਮੇਰੇ ਬੰਦੇ ਆ, ਦੁੱਧ ਧੋਤੇ ਆ ਤੇ ਮੈਂ ਇਹ ਕੰਮ ਕਰਾਉਂਦੇ ਆ। ਜਦੋਂ ਕੋਈ ਤਸਕਰ ਫੜਿਆ ਜਾਂਦਾ, ਵੇਖੋ ਜੀ ਇਹਨਾਂ ਦੀ ਸਰਕਾਰ, ਕਾਂਗਰਸ ਦੀ ਸਰਕਾਰ, ਕਾਂਗਰਸ ਦੇ ਐਮਐਲਏ ਤੇ ਪੁਲਿਸ ਵੀ ਇਹਨਾਂ ਦੀ ਪੁਲਿਸ ਦੇ ਐਸਐਸਪੀ ਨੇ ਰੇਡ ਕਰਕੇ ਫੜਿਆ, ਉਹਨਾਂ ਨੂੰ ਪਰਚਾ ਦਰਜ ਕੀਤਾ, ਮੁੱਖ ਮੰਤਰੀ ਤੱਕ ਚਿੱਠੀਆਂ ਪਾਈਆਂ। ਆ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵੀ ਵੇਚਿਆ, ਉਹ ਮੁੱਖ ਮੰਤਰੀ ਤੱਕ ਚਿੱਠੀਆਂ ਪਾਈਆਂ, ਉਹਨਾਂ ਚਿੱਠੀਆਂ ਨੂੰ ਵੇਖ ਕੇ ਤੇ ਸਾਰਾ ਕੁਝ ਕੀਤਾ ਗਿਆ। ਤੇ ਹਰਮਿੰਦਰ ਗਿੱਲ ਉਹਨਾਂ ਨੂੰ ਪੱਖ ਪੂਰਨ ਦਿਆ ਵੀ ਨਹੀਂ ਇਹਨਾਂ ਇਹ ਕੰਮ ਨਹੀਂ ਕੀਤਾ। ਗਿੱਲ ਸਾਹਿਬ ਜੇ ਇਹ ਤੇ ਤਾਂ ਤੁਹਾਡੀ ਪੋਸਟ ਪਾਉਣੀ ਬਣਦੀ ਹੀ, ਤੁਹਾਡੀ ਸਰਕਾਰ ਨਾ ਹੁੰਦੀ, ਸਰਕਾਰ ਹੁੰਦੀ ਹੋਰ ਕਿਸੇ ਪਾਰਟੀ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਤੇ ਤੁਹਾਡੇ ਬੰਦਿਆਂ ਤੇ ਪਰਚਾ ਝੂਠਾ ਜਾਂ ਸੱਚਾ ਦਰਜ ਹੋਇਆ ਹੁੰਦਾ ਤੇ ਤੁਸੀਂ ਪੋਸਟ ਪਾਉਂਦੇ ਵੀ ਮੇਰੇ ਬੰਦਿਆਂ ਦਾ ਧੱਕਾ ਹੁੰਦਿਆ, ਬੰਦੇ ਚੰਗੇ ਆ। ਤੁਸੀਂ ਵੇਖੋ ਸਵਾਲ ਕਰਨ ਵਾਲੀ ਵੀ ਤੁਹਾਡੀ ਸਰਕਾਰ, ਜਵਾਬ ਦੇਣ ਵਾਲੇ ਤੁਸੀਂ ਸਰਕਾਰ 'ਚ ਜੇ ਜਵਾਬ ਓਪੋਜੀਸ਼ਨ ਜਿਹੜੀ ਆ ਉਹ ਸਵਾਲ ਕਰਦੀ ਹੁੰਦੀ ਆ, ਫਿਰ ਜਵਾਬ ਦਿਓ। ਸਵਾਲ ਵੀ ਤੁਹਾਡੀ ਸਰਕਾਰ ਦਾ, ਜਵਾਬ ਵੀ ਤੁਸੀਂ ਦੇਈ ਜਾ ਰਹੇ ਜੇ। ਇੱਥੋਂ ਇਹ ਪਤਾ ਲੱਗਦਾ ਵੀ ਹਰਮਿੰਦਰ ਗਿੱਲ ਕਿਹੜੀ ਹੱਦ ਤੱਕ ਪੈਸੇ ਲਈ ਗਿਰ ਸਕਦਾ। ਤੇ ਮੈਂ ਪੱਟੀ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਮਝਾਓ, ਇਹੋ ਜੇ ਨਸਲਕੁਸ਼ੀ ਕਰਨ ਵਾਲੇ ਆਗੂਆਂ ਤੋਂ ਪਿੱਛੇ ਕਰੋ। ਫਿਰ ਇੱਕ ਗੱਲ ਹੋਰ ਦੱਸਾਂ, ਭਾਵੇਂ ਹੋਵੇ ਹਰਮਿੰਦਰ ਗਿੱਲ ਤੇ ਭਾਵੇਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਇਹਨਾਂ ਦੋਵਾਂ ਨੇ ਆਪਣੇ ਬੱਚੇ ਤੇ ਵਿਦੇਸ਼ਾਂ 'ਚ ਸੈੱਟ ਕੀਤੇ ਆ ਤੇ ਲੋਕਾਂ ਦੇ ਬੱਚਿਆਂ ਨੂੰ ਡਰੱਗ ਤਸਕਰੀ ਤੇ ਲਾ ਰਹੇ। ਜਿਹੜੇ ਚੰਗੇ ਪਰਿਵਾਰਾਂ ਦੇ ਵਿੱਚੋਂ ਨਾਂ ਵਾਲੇ ਪਰਿਵਾਰ, ਕੀ ਰਿਹਾ ਉਹਨਾਂ ਦੇ ਪੱਲੇ? ਕੀ ਉਹਨਾਂ ਦੇ ਰਿਸ਼ਤੇਦਾਰ ਕੀ ਸਮਝਣਗੇ ਵੀ ਕੀ ਕਰਦੇ ਸਾਡੇ ਰਿਸ਼ਤੇਦਾਰ? ਸ਼ਰਾਬ ਵੇਚਦੇ ਆ। ਪੁਰਾਣੇ ਸਮਿਆਂ ਦੇ ਵਿੱਚ ਵੇਖਦੇ ਹੁੰਦੇ ਆ ਵੀ ਜਿਹਦੀ ਰੋਟੀ ਨਹੀਂ ਸੀ ਨਾ ਘਰੇ ਪੱਕਦੀ ਸੀ, ਉਹ ਸ਼ਰਾਬ ਵੇਚਦਾ ਹੁੰਦਾ ਸੀ। ਤੇ ਇਹਨਾਂ ਨੇ ਉਹ ਧੰਦਾ ਚੁਣ ਲਿਆ ਜਿਹਦੇ 'ਚ ਪਰਚਾ ਨਿੱਕਾ ਹੁੰਦਾ ਤੇ ਜਿਹਦੇ ਨਾਲ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਕੰਮ ਚਲਾ ਲਈਏ ਤੇ ਚੰਗੇ ਪੈਸੇ ਬਣ ਜਾਂਦੇ ਆ। ਤੇ ਮੈਂ ਪੰਜਾਬ ਸਰਕਾਰ ਤੋਂ ਤੇ ਆਪਣੀ ਆਮ ਆਦਮੀ ਪਾਰਟੀ ਤੋਂ ਵੀ ਇਹ ਮੰਗ ਕਰਦਾ ਕਿ ਹੁਣ ਹਰਮਿੰਦਰ ਸਿੰਘ ਗਿੱਲ ਬੇਨਕਾਬ ਹੋ ਚੁੱਕਾ। ਵੇਖੋ ਜਦੋਂ ਉੱਥੇ ਬੰਦੇ ਮਰੇ ਮਾਝੇ ਦੇ ਵਿੱਚ, 3 ਜ਼ਿਲ੍ਹਿਆਂ 'ਚ, ਬਟਾਲੇ 'ਚ, ਅੰਮ੍ਰਿਤਸਰ 'ਚ, ਤਰਨਤਾਰਨ 'ਚ, ਸਭ ਤੋਂ ਵੱਧ ਬੰਦੇ ਮਰੇ ਤਰਨਤਾਰਨ ਜ਼ਿਲ੍ਹੇ 'ਚ। ਹਰਮਿੰਦਰ ਗਿੱਲ ਖੁਦ ਗੱਲ ਹੋਈ, ਇੱਕ ਬੀਬੀ ਸੀ ਮੁੱਛਲ ਪਿੰਡ ਦੀ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਆ ਮੁੱਛਲ। ਉਹ ਬੀਬੀ ਸ਼ਰਾਬ ਵੇਚਦੀ ਸੀ, ਸ਼ਰਾਬ ਵੇਚਦੀ ਤੇ ਉਹਨੇ ਸ਼ਰਾਬ ਇਹੋ ਜ਼ਹਿਰੀਲੀ ਸ਼ਰਾਬ ਵੇਚੀ ਜਿਹੜੀ ਇਹਨਾਂ ਨੇ ਸਪਲਾਈ ਕੀਤੀ ਆ। ਉਹਦੇ ਨਾਲ 4-5 ਬੰਦੇ ਮਰੇ ਪਹਿਲੇ ਦਿਨ। ਬੰਦੇ ਮਰੇ ਤੇ ਉਹ ਬੀਬੀ ਲੋਕਾਂ ਦੇ ਘਰੇ ਹਿਰਖ ਕਰਨ ਜਾਇਆ ਕਰੇ, ਉਹਨਾਂ ਨੂੰ ਉੱਥੇ ਸੰਸਕਾਰਾਂ ਤੇ ਜਾਇਆ ਕਰੇ।
ਉਹਦੇ ਬਾਅਦ ਅਗਲੇ ਦਿਨ ਉਹਦਾ ਬੀਪੀ ਦਾ ਘਰ ਵਾਲਾ ਮਰ ਗਿਆ, 4 ਹੋਰ ਮਰ ਗਏ। ਫਿਰ ਪੁਲਿਸ ਨੇ ਅਰੈਸਟ ਕੀਤਾ ਤੇ ਉਹ ਕੰਮ ਰਮਿੰਦਰ ਗਿੱਲ ਕਰਦਾ ਰਿਹਾ, ਬੰਦੇ ਆਪ ਹੀ ਮਾਰ ਕੇ ਤੇ ਆਪ ਹੀ ਹਿਰਖ ਕਰਨ ਜਾਂਦਾ ਰਿਹਾ। ਤੇ ਸਰਕਾਰ ਵੱਲੋਂ ਜੋ ਮਿਲਿਆ 2 ਲੱਖ 3 ਲੱਖ ਜਾਂ ਕੁਝ ਵੀ ਮਿਲਿਆ, ਉਹ ਰਮਿੰਦਰ ਗਿੱਲ ਨਾਲ ਚੈੱਕ ਵੰਡਦਾ ਰਿਹਾ। ਤੇ ਵੇਖੋ ਸ਼ਰਾਬ ਵੀ ਆਪ ਦੇ ਕੇ ਬੰਦੇ ਮਾਰ ਕੇ ਤੇ ਮੁੜ ਕੇ ਆਪ ਹੀ ਚੈੱਕ ਦੇਈ ਜਾਂਦੇ। ਇਹ ਵੀ ਕੰਮ ਬੜਾ ਵਧੀਆ। ਪਹਿਲਾਂ ਕਿਸੇ ਨੂੰ ਮਾਰ ਦਿਓ ਤੇ ਉਹਦੇ ਬਾਅਦ ਆਪ ਹੀ ਉਹਨੂੰ ਪੈਸੇ ਦੇ ਕੇ ਤੇ ਕੰਮ ਰਫਾ ਦਫਾ ਕਰ ਦਿਓ। ਪਤਾ ਲੱਗਾ ਵਾ ਵੀ ਇੱਥੇ ਪੱਟੀ ਵਿੱਚ ਜੂਵੇ ਦੇ ਅੱਡੇ ਤੇ ਨਜਾਇਜ਼ ਕਲੋਨੀਆਂ ਵਿੱਚ ਵੀ ਕਬਜ਼ੇ ਚੱਲਦੇ ਕੋਈ ਤੁਸੀਂ ਕੀ ਕਹਿੰਦੇ ਬਿਲਕੁਲ 2 ਨੰਬਰ ਦੇ ਕੰਮ ਸਾਰੇ ਚੱਲਦੇ ਪਏ ਤੇ ਸਰਕਾਰ ਦੀ ਸ਼ਹਿ ਨਾ ਤੇ ਇਹਦੇ ਤੋਂ ਪੁਲਿਸ ਵਿਭਾਗ ਵੀ ਚੰਗੀ ਤਰ੍ਹਾਂ ਜਾਣੂ ਆ। ਪਰ ਪੁਲਿਸ ਵਿਭਾਗ ਡਰਦਾ ਰਮਿੰਦਰ ਸਿੰਘ ਗਿੱਲ ਤੋਂ ਬੋਲਦਾ ਨਹੀਂ। ਤੇ ਰਮਿੰਦਰ ਸਿੰਘ ਗਿੱਲ ਨੂੰ ਇਹ ਦੱਸ ਦਈਏ ਵੀ 2022 ਚ ਲੋਕ ਤੇਰਾ ਚਿਹਰਾ ਪੜ ਚੁੱਕੇ ਆ। ਇਹ ਕਹਿੰਦਾ ਵੀ ਲੋਕ ਪੋਸਟਾਂ ਝੂਠੀਆਂ ਹੀ ਪਾਈ ਜਾਂਦੇ ਆ। ਕਦੀ ਝੂਠੀ ਪੋਸਟ ਵੀ ਕਿਹਨੇ ਪਾਈ ਆ ਦੱਸੋ? ਇਹਨਾਂ ਦੀ ਸਰਕਾਰ ਨੇ ਇਹਨਾਂ ਦੇ ਬੰਦਿਆਂ ਦੇ ਝੂਠੇ ਹੀ ਪਰਚੇ ਕਰਤੇ ਆ ਤੇ ਲੁਕਦੇ ਫਿਰਦੇ ਆ। ਇਹ ਰਮਿੰਦਰ ਗਿੱਲ ਵੀ ਬੈਠਾ ਰਿਹਾ ਉੱਥੇ ਜ਼ੋਰ ਲਾਉਂਦਾ ਰਿਹਾ ਵੀ ਮੇਰੇ ਬੰਦਿਆਂ ਦੇ ਪਰਚਾ ਨਾ ਕਰੋ। ਮੈਂ ਫਿਰ ਤੋਂ ਇੱਕ ਵਾਰ ਕੈਪਟਨ ਸਰਕਾਰ ਨੂੰ ਕਹਿਣਾ, ਜੇ ਤੁਸੀਂ ਇਸ ਕੇਸ ਦੀ ਪੜਤਾਲ ਨਾ ਕਰਾਈ ਤੇ ਤੁਹਾਡਾ ਕੋਈ ਵੀ ਵੱਡਾ ਆਗੂ ਹੋਣ ਤੇ ਵੱਡਾ ਲੀਡਰ ਪੱਟੀ ਹਲਕੇ ਚੋਂ ਤੇ ਆਮ ਆਦਮੀ ਪਾਰਟੀ ਉਹਦਾ ਘਰਾਓ ਕਰੂਗੀ, ਉਹਦਾ ਵਿਰੋਧ ਕੀਤਾ ਜਾਵੇਗਾ ਵੱਡੇ ਪੱਧਰ ਤੇ। ਕਿਉਂਕਿ ਇੱਥੇ ਹਰਮਿੰਦਰ ਗਿੱਲ ਦੀ ਡਿਕਟੇਟਰਸ਼ਿਪ ਚੱਲਣ ਰਹੀ ਆ ਤੇ ਕਿਸੇ ਨੂੰ ਕੁਸਕਰ ਨਹੀਂ ਦਿੱਤਾ ਜਾਂਦਾ। ਹਰ ਕੰਮ 'ਚ ਹਰਮਿੰਦਰ ਗਿੱਲ ਦਾ ਹਿੱਸਾ। 2 ਨੰਬਰ ਦੇ ਧੰਦੇ ਇੱਥੇ ਵੱਡੇ ਪੱਧਰ ਤੇ ਚੱਲਣ ਰਹੇ ਆ। ਭੁੱਲਰ ਸਾਹਿਬ ਤੁਸੀਂ ਕਹਿ ਰਹੇ ਜੇ ਕਿ ਹਰਮਿੰਦਰ ਸਿੰਘ ਗਿੱਲ ਇੱਕ ਪੰਥਕ ਆਗੂ ਆ, ਇਹ ਪੰਥਕ ਸੋਚ ਵਾਲੇ ਆ। ਕੀ ਇਸ ਸੰਬੰਧੀ ਤੁਸੀਂ ਅਕਾਲ ਤਖਤ ਨੂੰ ਅਪੀਲ ਕਰੋਗੇ ਵੀ ਇਸ ਮਾਮਲੇ ਦੀ ਜਾਂਚ ਹੋਵੇ ਵੀ ਇਹਨਾਂ ਦਾ ਚਰਿੱਤਰ ਕਿਹੋ ਜਿਹਾ ਸਾਹਮਣੇ ਆ ਰਿਹਾ? ਮੈਂ ਇਹਨੂੰ ਪੰਥਕ ਆਗੂ ਨਹੀਂ ਗਿਣਦਾ। ਇਹ ਖੁਦ ਆਪਣੇ ਆਪ ਨੂੰ ਪੰਥਕ ਆਗੂ ਕਹਿੰਦਾ ਕਿਉਂਕਿ ਇਹਨੇ ਗਿਆਨੀ ਗੁਰਬਚਨ ਸਿੰਘ ਦੇ ਪਰਿਵਾਰ ਤੇ ਸਵਾਲ ਉਠਾਏ ਸੀ ਤੇ ਹੁਣ ਇਹਦੇ ਤੇ ਸਵਾਲ ਆ ਤੇ ਖੁਦ ਉੱਥੇ ਅਕਾਲ ਤਖਤ ਸਾਹਿਬ ਜਾ ਕੇ ਤਲਬ ਹੋਵੇ, ਉੱਥੇ ਸਹੁੰ ਖਾਵੇ ਤੇ ਇਸ ਗੱਲ ਦਾ ਸਪਸ਼ਟੀਕਰਨ ਦੇਵੇ ਕਿ ਆ ਜਿਹੜਾ ਸ਼ਰਾਬ ਤਸਕਰੀ ਹੋਈ ਆ ਇਹਦੇ ਚੋਂ ਇਹ ਹਿੱਸਾ ਪੱਤੀ ਲੈਂਦਾ ਰਿਹਾ ਕਿ ਨਹੀਂ ਲੈਂਦਾ ਰਿਹਾ, ਸਪਸ਼ਟੀਕਰਨ ਦਰਬਾਰ ਸਾਹਿਬ ਜਾ ਕੇ ਦੇਵੇ। ਪੰਥਕ ਆਗੂ ਦੇ ਤੌਰ ਤੇ ਕਿਹੜੇ ਅਹੁਦੇ ਤੇ ਰਹੇ? ਤੁਸੀਂ ਕੀ ਨੈਤਿਕਤਾ ਦੇ ਆਧਾਰ ਤੇ ਜੇ ਅਸਤੀਫੇ ਦੀ ਮੰਗ ਕੀਤੀ ਆ? ਤੁਸੀਂ ਇਸ ਸੰਬੰਧੀ ਤੁਹਾਡਾ ਆਪੋਜੀਸ਼ਨ ਤੁਹਾਡਾ ਲੀਡਰ ਆ ਚੀਮਾ, ਕੀ ਤੁਸੀਂ ਸਰਕਾਰ ਕੋਲੇ ਲਿਖਤੀ ਰੂਪ ਚ ਵੀ ਭੇਜਦੇ ਜੇ ਵੀ ਇਹਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਮੁਅੱਤਲ ਕਰਕੇ ਤੇ ਇਹਦੀ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ? ਅਸੀਂ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਤੇ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਵੀ ਇਹ ਗੱਲ ਦੱਸਾਂਗੇ ਵੀ ਪੱਟੀ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਤਸਕਰੀ ਹੋਈ ਜਿਹਦੇ ਨਾਲ ਬੇਗੁਨਾਹ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਹਰਮਿੰਦਰ ਸਿੰਘ ਗਿੱਲ ਇਸ ਵਿਸ਼ੇ ਤੇ ਆਪਦੀ ਵਿਧਾਇਕੀ ਤੋਂ ਅਸਤੀਫਾ ਦੇਵੇ। ਅਸੀਂ ਆਪਦੀ ਪਾਰਟੀ ਨੂੰ ਜ਼ਰੂਰ ਕਹਾਂਗੇ ਕਿ ਇਹ ਮੁੱਦਾ ਜਿਹੜਾ ਇਹਨੂੰ ਚੁੱਕਣਾ ਬਣਦਾ ਕਿਉਂਕਿ ਪਹਿਲਾਂ ਅਕਾਲੀ ਦਲ ਨੇ ਲੋਕਾਂ ਦਾ ਸ਼ੋਸ਼ਣ ਕੀਤਾ ਤੇ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਆ। ਜੇ ਲੋਕਾਂ ਦੇ ਮੁੱਦੇ ਅਸੀਂ ਨਾ ਚੁੱਕਾਂਗੇ ਅਸੀਂ ਤੇ ਚੁੱਕੇ ਸੀ ਓਪੋਜੀਸ਼ਨ ਦੇ ਵਿੱਚ ਆ। ਅਸੀਂ ਤੇ ਲੋਕਾਂ ਨੂੰ ਜਾਗਰੂਕ ਤੇ ਲੋਕ ਵੀ ਮੁੱਦਾ ਚੁੱਕਿਆ ਸੀ ਉਦੋਂ ਸ਼ਰਾਬ ਦਾ ਕਿੰਨੇ ਹਫ਼ਤੇ ਅਸੀਂ ਧਰਨਾ ਲਾ ਛੱਡਿਆ, ਸਾਡੀ ਸੁਣਵਾਈ ਨਹੀਂ, ਸਾਡੇ ਤੇ ਸਗੋਂ ਪਰਚੇ ਦਰਜ ਹੋਏ ਤੇ ਸਾਨੂੰ ਹਾਸੋ ਹੀਣੇ ਮਜ਼ਾਕ ਕੀਤੇ ਜਾਂਦੇ ਰਹੇ। ਤੇ ਜੇ ਉਦੋਂ ਹੀ ਇਹਨਾਂ ਤਸਕਰਾਂ ਦੇ ਪਰਚੇ ਦਰਜ ਹੁੰਦੇ ਤੇ ਇਹ ਨੌਬਤ ਨਾ ਆਉਂਦੀ ਜਿਹੜੇ ਇੰਨੇ ਬੰਦੇ ਮਰਿਆ, ਬੇਗੁਨਾਹ ਬੰਦੇ ਮਰੇ, ਬੰਦੇ ਨਾ ਮਰ। ਭੁੱਲਰ ਸਾਹਿਬ ਤੁਸੀਂ ਕਹਿ ਰਹੇ ਹੋ ਇਹ ਲੰਬੇ ਚਿਰ ਤੋਂ ਸ਼ਰਾਬ ਤਸਕਰੀ ਚੱਲਦਾ ਪਿਆ ਸੀ, ਲੇਕਿਨ ਤੁਸੀਂ ਅੱਜ ਆਵਾਜ਼ ਉਠਾ ਰਹੇ ਉਦੋਂ ਦੀ ਆਵਾਜ਼ ਉਠਾਈ ਕਿਉਂਕਿ 2017 ਚ ਇਹ ਜਿਹੜੀ ਪਾਰਟੀ ਹੋਣ ਚ ਆ ਗਈ ਉਦੋਂ ਦੀ ਕਿਉਂ ਨਹੀਂ ਕਰੀ? ਅਸੀਂ ਵੇਖੋ ਜੀ ਆਵਾਜ਼ ਉਠਾਈ, ਉੱਥੇ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਧਰਨਾ ਦਿੱਤਾ। ਧਰਨਾ ਤਾਂ ਹੀ ਦਿੱਤਾ ਜੇ ਪਹਿਲਾਂ ਵੀ ਅਸੀਂ ਕਰਦੇ ਕੋਸ਼ਿਸ਼ ਤੇ ਹੁਣੇ ਤੇ ਪਰਚਾ ਹੀ ਸੀ। ਸਾਡੀ ਆਵਾਜ਼ ਨੂੰ ਪਰਚੇ ਕਰਕੇ ਬੰਦ ਕਰ ਦਿੱਤਾ ਗਿਆ ਤੇ ਅੱਜ ਹੁਣ ਜਦੋਂ ਬੰਦੇ ਫੜੇ ਗਏ ਆ ਸਭ ਕੁਝ ਨਸ਼ਰ ਹੋ ਗਿਆ ਤੇ ਰਮਿੰਦਰ ਗਿੱਲ ਅੱਜ ਵੀ ਪੱਖ ਪੂਰਨ ਦੇ ਉਹਨਾਂ ਬੰਦਿਆਂ ਦਾ ਤੇ ਇਤੋਂ ਸਿੱਧਾ ਸਾਬਤ ਹੁੰਦਾ ਇਹ ਰਮਿੰਦਰ ਗਿੱਲ ਦੀ ਸ਼ਰਾਬ ਸੀ ਤੇ ਉਹਦੀ ਸ਼ਹਿ ਤੇ ਸਾਰਾ ਉਹਦੇ ਨੱਕ ਹੇਠ ਕੰਮ ਚੱਲਦਾ ਸੀ। ਤੁਹਾਨੂੰ ਕੀ ਲੱਗਦਾ ਕਿ ਹੁਣ ਕਿਹਦੇ ਦਬਾਅ ਨਾਲ ਇਹ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ? ਕਿ ਕਾਰਵਾਈ ਹੋ ਸਕਦਾ ਇਹ ਵੀ 2 ਨੰਬਰ ਦਾ ਧੰਦਾ ਕਰਦੇ ਤੇ ਕੋਈ ਵੱਡਾ ਕਾਂਗਰਸੀ 2 ਨੰਬਰ ਦਾ ਉੱਥੇ ਧੰਦਾ ਚਲਾਉਂਦਾ ਹੋਵੇ ਤੇ ਉਹਦੇ ਕਾਰੋਬਾਰ ਨੂੰ ਠੱਲ ਪਈ ਹੋਵੇ ਤੇ ਉਹਨੇ ਹੀ ਉਹਦਾ ਜ਼ੋਰ ਪੈ ਗਿਆ, ਵੱਡੇ ਕਾਂਗਰਸੀ ਆਗੂ ਦਾ ਜ਼ੋਰ ਪੈ ਗਿਆ ਤੇ ਉਹਨੇ ਉੱਤੋਂ ਕਾਰਵਾਈ ਕਰਾਤੀ ਆ। ਤੇ ਨਹੀਂ ਤੇ ਕਾਰਵਾਈ ਅਸੀਂ ਤੇ ਵੇਖਦੇ ਪਿਛਲੇ 4 ਸਾਲਾਂ 'ਚ ਇੱਥੇ ਗੁੰਡਾਗਰਦੀ ਦਾ ਵੱਡਾ ਅੱਡਾ ਬਣਿਆ ਰਿਹਾ, ਇੱਥੇ ਵੱਡੇ ਵੱਡੇ ਗੈਂਗਸਟਰ ਪੈਦਾ ਹੋਏ ਆ। ਇਹਨੇ ਹਰਮਿੰਦਰ ਗਿੱਲ ਨੇ ਜਵਾਨੀ ਨੂੰ ਖਤਮ ਕਰਤਾ ਇੱਥੇ ਪੱਟੀ ਹਲਕੇ ਦੇ ਵਿੱਚ
ਇਹਨੇ ਸ਼ੋਸ਼ਣ ਕੀਤਾ ਲੋਕਾਂ ਦਾ। ਜੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਨਾਂ ਸਾਹਮਣੇ ਆਉਂਦਾ ਕਾਂਗਰਸ ਵੱਡੇ ਆਗੂ ਦਾ ਤੇ ਉਹਦੇ ਖਿਲਾਫ ਵੀ ਤੁਸੀਂ ਜਾਂਚ ਦੀ ਮੰਗ ਬਿਲਕੁਲ, ਜੇ ਕਿਸੇ ਹੋਰ ਵੀ ਵੱਡੇ ਆਗੂ ਦਾ ਨਾਂ ਆਉਂਦਾ ਇਸ ਸਕੈਂਡਲ ਦੇ ਵਿੱਚ, ਨਸ਼ੇ ਨਾਲ ਜੁੜੇ ਸਕੈਂਡਲ 'ਚ, ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਲੜਾਈ ਲੜਦੇ ਰਵਾਂਗੇ। ਇਹ ਤੁਸੀਂ ਸਿੱਧੇ ਤੌਰ ਤੇ ਇਹ ਆਰੋਪ ਲਗਾ ਰਹੇ ਹੋ ਹਰਮਿੰਦਰ ਗਿੱਲ ਤੇ, ਜਿਹੜੀ ਇਹ ਤਰਨਤਾਰਨ ਦੇ ਜਿਹੜੀ ਸ਼ਰਾਬ ਨਾਲ ਬੰਦੇ ਮਰੇ 100 ਤੋਂ ਵੱਧ, ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ? ਬਿਲਕੁਲ ਹੈਗੀ ਆ। ਜਿਹੜੀ ਆ ਫੇਸਬੁੱਕ ਤੇ ਪੱਖ ਪੂਰਨ ਦੇ ਆਪਦੇ ਬੰਦਿਆਂ ਦਾ ਵੇਖੋ, ਆ ਸਿੱਧਾ ਲਿਖਣ ਦਿਆ ਵੀ ਇਹ ਬੰਦੇ ਬੇਗਨਾਹ ਨੇ, ਚੰਗਾ ਪਰਿਵਾਰ ਆ। ਪਰਿਵਾਰ ਚੰਗਾ ਸੀ, ਪਰ ਹਰਮਿੰਦਰ ਸਿੰਘ ਗਿੱਲ ਨੇ ਪਰਿਵਾਰ ਚੰਗਾ ਰਹਿਣ ਨਹੀਂ ਦਿੱਤਾ। ਇਹ ਪਰਿਵਾਰ ਨੂੰ ਗੰਦਲੀ ਰਾਜਨੀਤੀ ਦਾ ਸ਼ਿਕਾਰ ਬਣਾ ਲਿਆ। ਹੋ ਸਕਦਾ ਸੀ ਇਹ ਪਰਿਵਾਰ ਰਾਜਨੀਤੀ 'ਚ ਵਾਧਾ ਆਉਣ ਵਾਲੇ ਸਮੇਂ 'ਚ ਹਰਮਿੰਦਰ ਸਿੰਘ ਗਿੱਲ ਦੀ ਕੁਰਸੀ ਤੇ ਪਰਿਵਾਰ ਆਪਦਾ ਹੱਕ ਜਮਾਉਂਦਾ, ਤੇ ਉਹ ਹਰਮਿੰਦਰ ਸਿੰਘ ਗਿੱਲ ਨੇ ਉਸ ਕਾਰੋਬਾਰ 'ਚ ਪਾਤਾ ਜਿਹਦੇ ਨਾਲ ਇਹਨਾਂ ਦੀ ਰਾਜਨੀਤੀ ਸਾਰੀ ਉਮਰ ਲਈ ਖਤਮ ਕਰਤੀ ਆ। ਜਿਹੜਾ ਇਹ ਡਰੱਗ ਤਸਕਰੀ, ਸ਼ਰਾਬ ਤਸਕਰੀ ਦਾ ਇਹਨਾਂ ਦੇ ਸਿਰ ਤੇ ਇਲਜ਼ਾਮ ਲੱਗ ਗਿਆ, ਉਸ ਇਲਜ਼ਾਮ ਨੇ ਇਹਨਾਂ ਦੀ ਸਿਆਸਤ ਸਾਰੀ ਜ਼ਿੰਦਗੀ ਲਈ ਖਤਮ ਕਰਤੀ ਆ। ਤੇ ਪੱਟੀ ਹਲਕੇ ਦੇ ਇੱਕ ਇੱਕ ਬੱਚੇ ਨੂੰ, ਇੱਕ ਇੱਕ ਬਸ਼ਿੰਦੇ ਨੂੰ ਪਤਾ ਵੀ ਸੇਖੋਂ ਪਰਿਵਾਰ 2 ਨੰਬਰ ਦੀ ਜਾਲੀ ਸ਼ਰਾਬ ਦਾ ਕਿੱਡੇ ਵੱਡੇ ਪੱਧਰ ਤੇ ਪਿਛਲੇ 4 ਸਾਲਾਂ 'ਚ ਹਜ਼ਾਰਾਂ ਟਰੱਕ ਵੇਚ ਚੁੱਕਾ ਜਾਲੀ ਸ਼ਰਾਬ ਦਾ।